Good morning, everyone. Welcome to One Year Education Channel. ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਜਿਵੇਂ ਆਪਾਂ ਨੇ ਲਾਸਟ ਟਾਈਮ ਆਰਟੀਕਲਸ ਨੂੰ ਡਿਸਕਸ ਕੀਤਾ ਸੀ, ਇਸ ਵੀਡੀਓ ਦੇ ਵਿੱਚ ਆਪਾਂ ਸਬਜੈਕਟ ਐਂਡ ਵਰਬ ਐਗਰੀਮੈਂਟ ਟੌਪਿਕ ਨੂੰ ਡਿਸਕਸ ਕਰਾਂਗੇ which is very important according to every exam। ਠੀਕ ਹੈ, ਜਿੰਨੇ ਵੀ ਐਗਜ਼ਾਮ ਅਪਕਮਿੰਗ ਐਗਜ਼ਾਮ ਨੇ ਪੰਜਾਬ ਦੇ, ਉਹਨਾਂ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਟੌਪਿਕ ਸਬਜੈਕਟ ਐਂਡ ਵਰਬ ਐਗਰੀਮੈਂਟ। ਸੋ ਸਬਜੈਕਟ ਐਂਡ ਵਰਬ ਐਗਰੀਮੈਂਟ ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਕੋਲ ਸਬਜੈਕਟ ਹੁੰਦਾ ਕੀ ਹੈ ਬੇਸਿਕਲੀ। ਹੁਣ ਜੋ ਬੇਸਿਕਲੀ ਆਪਣਾ ਸਬਜੈਕਟ ਹੈ, ਸਬਜੈਕਟ ਕੀ ਹੁੰਦਾ ਹੈ? ਜਿਸ ਦੇ ਬਾਰੇ ਆਪਾਂ ਗੱਲ ਕਰਦੇ ਆ ਜਾਂ ਜੋ ਕੋਈ ਵੀ ਪਰਸਨ ਹੈ ਉਹ ਕੰਮ ਕਰਦਾ ਹੈ, ਉਸਨੂੰ ਆਪਾਂ ਕੀ ਬੋਲਦੇ ਆ? ਸਬਜੈਕਟ ਬੋਲਦੇ ਆ। ਔਰ ਜੋ ਆਪਣੇ ਕੋਲ ਸਬਜੈਕਟ ਹੁੰਦੇ ਨੇ, ਸਬਜੈਕਟ ਦੋ ਤਰ੍ਹਾਂ ਦੇ ਹੁੰਦੇ ਨੇ ਆਪਣੇ ਕੋਲ, ਸਿੰਗੂਲਰ ਐਂਡ ਪਲੂਰਲ ਸਬਜੈਕਟ, ਜਿਸ ਦੇ ਉੱਪਰ ਪੂਰਾ ਹੀ ਸਬਜੈਕਟ ਐਂਡ ਵਰਬ ਐਗਰੀਮੈਂਟ ਟੌਪਿਕ ਹੈ, ਇਸ ਦੇ ਉੱਪਰ ਹੀ ਬੇਸ ਹੈ। ਇੱਕ ਤਾਂ ਆਪਣੇ ਕੋਲ ਹੁੰਦਾ ਸਬਜੈਕਟ ਸਿੰਗੂਲਰ, ਅਨਦਰ ਵਨ ਇਜ਼ ਪਲੂਰਲ। ਇਹ ਦੋ ਆਪਣੇ ਕੋਲ ਸਬਜੈਕਟ ਹੁੰਦੇ ਨੇ। ਸਿੰਗੂਲਰ ਦਾ ਮਤਲਬ ਹੁੰਦਾ ਜਦੋਂ ਆਪਾਂ ਕਿਸੇ ਸਿੰਗਲ ਚੀਜ਼ ਦੀ ਗੱਲ ਕਰਦੇ ਹਾਂ। ਫੋਰ ਐਗਜ਼ਾਮਪਲ ਅਗਰ ਮੈਂ ਸਬਜੈਕਟ ਲੈਣੀ ਆ ਹੀ, ਜੋ ਕਿ ਆਪਾਂ ਬॉय ਲਈ ਯੂਜ਼ ਕਰਦੇ ਆ, ਸ਼ੀ ਹੋ ਗਿਆ, ਇਟ ਜੋ ਕਿ ਆਪਾਂ ਨੋਨ ਲਿਵਿੰਗ ਥਿੰਗਸ ਲਈ ਯੂਜ਼ ਕਰਦੇ ਆ, ਜਾਂ ਫਿਰ ਐਨੀ ਨੇਮ, ਕਿਸੇ ਦਾ ਵੀ ਨਾਮ ਹੋ ਸਕਦਾ ਹੈ। ਐਨੀ ਨੇਮ ਦਾ ਮਤਲਬ ਹੈ ਫਾਦਰ, ਮਦਰ, ਬ੍ਰਦਰ, ਸਿਸਟਰ, ਰਾਮ, ਸੀਤਾ, ਜਾਂ ਅਗਰ ਆਪਾਂ ਕਿਸੇ ਕੰਪਨੀ ਦਾ ਨਾਮ ਲੈਂਦੇ ਆ, ਜਾਂ ਆਪਾਂ ਕਿਸੇ ਸਿਟੀ ਦਾ ਨਾਮ ਲੈਂਦੇ ਆ, ਕਿਸੇ ਇੰਸਟੀਟਿਊਟ ਦਾ ਨਾਮ ਲੈਂਦੇ ਆ, ਤਾਂ ਕੋਈ ਵੀ ਜਿਹੜਾ ਆਪਣਾ ਨਾਮ ਹੋਏਗਾ ਉਹ ਕਿਸ ਕੈਟਾਗਰੀ ਦੇ ਵਿੱਚ ਆਉਂਦਾ ਹੈ? ਸਿੰਗੂਲਰ ਕੈਟਾਗਰੀ ਦੇ ਵਿੱਚ ਆਏਗਾ। ਨੈਕਸਟ ਆਪਣੇ ਕੋਲ ਹੈ ਪਲੂਰਲ। ਪਲੂਰਲ ਦੇ ਵਿੱਚ ਬੇਸਿਕਲੀ ਆਪਣੇ ਕੋਲ ਕਿਹੜੇ ਕਿਹੜੇ ਸਬਜੈਕਟ ਆਉਂਦਾ ਹੈ? ਦੈਟ ਇਜ਼ ਆਈ ਮਤਲਬ ਕਿ ਮੈਂ, ਯੂ ਮਤਲਬ ਤੁਸੀਂ, ਵੀ ਮਤਲਬ ਅਸੀਂ, ਦੇ ਆਪਾਂ ਯੂਜ਼ ਕਰਦੇ ਆ ਜਦੋਂ ਆਪਣੇ ਕੋਲ ਪਰਸਨ ਜ਼ਿਆਦਾ ਹੋ। ਇਹ ਸਾਰੇ ਕਿਸ ਕੈਟਾਗਰੀ ਦੇ ਵਿੱਚ ਆਉਂਦੇ ਨੇ? ਪਲੂਰਲ ਕੈਟਾਗਰੀ ਦੇ ਵਿੱਚ ਆਉਂਦੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹਦੇ ਵਿੱਚ ਵਰਬ ਕਿਹੜੀ ਵਰਬ ਦੀ ਗੱਲ ਕੀਤੀ ਗਈ ਹੈ। ਬੇਸਿਕਲੀ ਆਪਣੇ ਕੋਲ ਜਿਹੜੀ ਵਰਬ ਹੁੰਦੀਆਂ ਨੇ ਦੋ ਹੁੰਦੀਆਂ ਨੇ। ਇੱਕ ਤਾਂ ਆਪਣੇ ਕੋਲ ਹੁੰਦਾ ਹੈ ਹੈਲਪਿੰਗ ਵਰਬ, ਇੱਕ ਆਪਣੇ ਕੋਲ ਹੁੰਦੀਆਂ ਨੇ ਹੈਲਪਿੰਗ ਵਰਬ, ਇੱਕ ਆਪਣੇ ਕੋਲ ਹੁੰਦਾ ਮੇਨ ਵਰਬ। ਠੀਕ ਹੈ, ਹੈਲਪਿੰਗ ਵਰਬ ਆਪਣੇ ਕੋਲ ਕਿਹੜੀ ਕਿਹੜੀ ਹੁੰਦੀਆਂ ਨੇ? ਇਜ਼ ਹੋ ਗਿਆ, ਐਮ, ਆਰ, हैज, हैव, या फिर हैड, was, were, ਇਹ ਸਾਰੇ ਆਪਣੇ ਕੋਲ ਕੀ ਨੇ? ਹੈਲਪਿੰਗ ਵਰਬ ਨੇ। ਠੀਕ ਹੈ, ਤੇ ਮੇਨ ਵਰਬ ਆਪਣੇ ਕੋਲ ਕੋਈ ਵੀ ਕਿਰਿਆ, ਜਿਵੇਂ go ਹੋ ਗਿਆ, go ਮਤਲਬ ਜਾਣਾ, say ਮਤਲਬ ਕਹਿਣਾ, talk ਮਤਲਬ ਬੋਲਣਾ, ਕੋਈ ਵੀ ਮੇਨ ਕਿਰਿਆ ਜਿਹੜੀ ਆਪਾਂ ਕਰਦੇ ਆ ਉਹਨੂੰ ਆਪਾਂ ਕੀ ਬੋਲਦੇ ਆ? ਮੇਨ ਵਰਬ ਬੋਲਦੇ ਆ। ਸੋ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਆਪਣੇ ਕੋਲ ਕੀ ਬਣਦਾ ਹੈ? ਸਬਜੈਕਟ ਐਂਡ ਵਰਬ ਐਗਰੀਮੈਂਟ ਆਪਾਂ ਯੂਜ਼ ਕਰਦੇ ਆ। ਜਦੋਂ ਤਾਂ ਆਪਾਂ ਨੇ ਸਿੰਗੂਲਰ ਬਾਰੇ ਗੱਲ ਕਰਨੀ ਹੈ, ਜਦੋਂ ਆਪਾਂ ਨੇ ਸਿੰਗੂਲਰ ਸਬਜੈਕਟ ਦੀ ਗੱਲ ਕਰਨੀ ਹੈ, ਤਾਂ ਜਿਹੜੀ ਆਪਣੀ ਵਰਬ ਹੋਏਗੀ ਉਹ ਵੀ ਕੀ ਹੋਣੀ ਚਾਹੀਦੀ ਹੈ? ਸਿੰਗੂਲਰ ਹੋਣੀ ਚਾਹੀਦੀ ਹੈ। ਔਰ ਜਦੋਂ ਆਪਾਂ ਪਲੂਰਲ ਬਾਰੇ ਗੱਲ ਕਰਾਂਗੇ ਤਾਂ ਉਸ ਟਾਈਮ ਆਪਣੀ ਵਰਬ ਕਿਹੜੀ ਹੋਣੀ ਚਾਹੀਦੀ ਹੈ? ਪਲੂਰਲ ਵਰਬ ਆਪਣੇ ਕੋਲ ਹੋਣੀ ਚਾਹੀਦੀ ਹੈ। ਜਿਵੇਂ ਆਪਣਾ ਫਸਟ ਰੂਲ ਹੈ, ਆਪਣੇ ਕੋਲ ਪਹਿਲਾ ਹੀ ਰੂਲ ਕੀ ਹੈ ਕਿ ਫੋਰ ਐਗਜ਼ਾਮਪਲ ਮੈਂ ਲਿਖਿਆ ਹੈ ਆਈ ਗੋ ਟੂ ਮਾਰਕੀਟ, ਆਈ ਗੋ ਟੂ ਮਾਰਕੀਟ। ਹੁਣ ਆਈ ਆਪਣੇ ਕੋਲ ਕਿਹੜਾ ਸਬਜੈਕਟ ਹੈ? ਆਈ ਆਪਣੇ ਕੋਲ ਸਬਜੈਕਟ ਹੈ ਪਲੂਰਲ, ਤੇ ਆਪਾਂ ਨੇ ਵਰਬ ਵੀ ਕਿਹੜੀ ਯੂਜ਼ ਕੀਤੀ ਹੈ? ਪਲੂਰਲ ਵਰਬ ਆਪਾਂ ਨੇ ਉਹਦੇ ਨਾਲ ਯੂਜ਼ ਕੀਤੀ ਹੈ। ਅਗਰ ਮੈਂ ਸਿੰਗੂਲਰ ਕੋਈ ਵੀ ਸਿੰਗੂਲਰ ਸਬਜੈਕਟ ਲੈਣੀ ਆ, he goes to market, he goes to market, he ਆਪਣੇ ਕੋਲ ਕਿਹੜਾ ਸਬਜੈਕਟ ਹੈ? he ਆਪਣੇ ਕੋਲ ਕੀ ਹੈ? ਸਿੰਗੂਲਰ ਸਬਜੈਕਟ ਹੈ। ਔਰ ਇਹਦੇ ਨਾਲ ਜਿਹੜੀ ਆਪਾਂ ਨੇ ਵਰਬ ਯੂਜ਼ ਕੀਤੀ ਹੈ ਉਹ ਵੀ ਕਿਹੜੀ ਵਰਬ ਹੈ? ਇਟ ਇਜ਼ ਆਲਸੋ ਅ ਸਿੰਗੂਲਰ ਵਰਬ। ਸੋ ਜਦੋਂ ਆਪਾਂ ਪਲੂਰਲ ਸਬਜੈਕਟ ਦੀ ਗੱਲ ਕਰਾਂਗੇ ਤਾਂ ਵਰਬ ਵੀ ਆਪਣੇ ਕੋਲ ਪਲੂਰਲ ਹੋਣੀ ਚਾਹੀਦੀ ਹੈ। ਔਰ ਅਗਰ ਆਪਾਂ ਸਿੰਗੂਲਰ ਸਬਜੈਕਟ ਦੀ ਗੱਲ ਕਰਾਂਗੇ ਤਾਂ ਜਿਹੜੀ ਆਪਣੇ ਕੋਲ ਵਰਬ ਹੋਣੀ ਚਾਹੀਦੀ ਹੈ ਉਹ ਕਿਹੜੀ ਹੋਣੀ ਚਾਹੀਦੀ ਹੈ? ਸਿੰਗੂਲਰ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। ਠੀਕ ਹੈ,
ਉਸ ਤੋਂ ਬਾਅਦ ਆਪਾਂ ਰੂਲ ਨੰਬਰ ਸੈਕਿੰਡ ਡਿਸਕਸ ਕਰਾਂਗੇ। ਰੂਲ ਨੰਬਰ ਸੈਕਿੰਡ ਰੂਲ ਆਪਾਂ ਨੂੰ ਕੀ ਕਹਿੰਦਾ ਹੈ ਕਿ if two subject are joined by if two subject are joined by and will always take plural verb if two subject अगर अपने कोल दो सब्जेक्ट ने कोई भी दो सब्जेक्ट ने are joined by and are joined by and will always take plural verb will always take plural verb ਕਿ ਅਗਰ ਆਪਣੇ ਕੋਲ ਕੋਈ ਵੀ ਦੋ ਸਬਜੈਕਟ ਨੇ ਉਹਨਾਂ ਨੂੰ ਆਪਾਂ ਐਂਡ ਦੇ ਨਾਲ ਕਨੈਕਟ ਕਰਦੇ ਆ, ਕਿਹਦੇ ਨਾਲ ਕਨੈਕਟ ਕਰਦੇ ਆ, ਐਂਡ ਦੇ ਨਾਲ, ਤਾਂ ਜਿਹੜੀ ਉਸ ਤੋਂ ਬਾਅਦ ਆਪਣੇ ਕੋਲ ਵਰਬ ਹੋਏਗੀ ਉਹ ਹਮੇਸ਼ਾ ਕਿਹੜੀ ਵਰਬ ਹੋਣੀ ਚਾਹੀਦੀ ਹੈ, ਸਿੰਗੂਲਰ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ ਕਹਿ ਦੋ the doctor and nurses the doctor and nurses work together the doctor and nurses work together ਹੁਣ ਦੇਖੋ ਜੋ ਆਪਣਾ ਡਾਕਟਰ ਹੈ, ਡਾਕਟਰ ਇੱਥੇ ਸਿੰਗੂਲਰ ਹੈ, ਨਰਸ ਵੀ ਕੀ ਹੈ, ਨਰਸ ਪਲੂਰਲ ਹੈ। ਹੁਣ ਚਾਹੇ ਸਬਜੈਕਟ ਸਿੰਗੂਲਰ ਹੋਏ ਚਾਹੇ ਸਬਜੈਕਟ ਪਲੂਰਲ ਹੋਏ, ਅਗਰ ਆਪਾਂ ਉਹਨੂੰ ਐਂਡ ਦੇ ਨਾਲ ਕਨੈਕਟ ਕਰਦੇ ਆ ਤਾਂ ਜਿਹੜੀ ਆਪਣੇ ਕੋਲ ਵਰਬ ਹੋਏਗੀ ਉਹ ਹਮੇਸ਼ਾ ਕੀ ਹੋਣੀ ਚਾਹੀਦੀ ਹੈ, ਸਿੰਗੂਲਰ ਹੈਲਪਿੰਗ ਵਰਬ, ਪਲੂਰਲ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। ਠੀਕ ਹੈ, ਜਿਵੇਂ ਤੁਸੀਂ ਬੋਲੋ ਦੀ ਡਾਕਟਰਸ, ਹੁਣ ਡਾਕਟਰਸ ਕੀ ਹੈ, ਪਲੂਰਲ ਹੋ ਗਿਆ, ਐਂਡ ਨਰਸ, ਨਰਸ ਕੀ ਹੈ, ਹੁਣ ਸਿੰਗੂਲਰ ਹੋ ਗਿਆ, ਵਰਕ ਟੂਗੈਦਰ, ਬਟ ਜਿਹੜੀ ਆਪਣੀ ਮੇਨ ਵਰਬ ਹੈ ਉਹ ਕੀ ਰਹੇਗੀ, ਹਮੇਸ਼ਾ ਪਲੂਰਲ ਰਹੇਗੀ ਕਿ ਸਬਜੈਕਟ ਚਾਹੇ ਆਪਣਾ ਪਲੂਰਲ ਹੋਏ ਚਾਹੇ ਸਬਜੈਕਟ ਸਿੰਗੂਲਰ ਹੋਏ, ਅਗਰ ਆਪਾਂ ਨੂੰ ਐਂਡ ਦੇ ਨਾਲ ਕਨੈਕਟ ਕਰਾਉਂਦੇ ਆ ਤੇ ਜਿਹੜੀ ਆਪਣੇ ਕੋਲ ਵਰਬ ਹੋਏਗੀ ਇਹ ਹਮੇਸ਼ਾ ਕਿਹੜੀ ਹੋਣੀ ਚਾਹੀਦੀ ਹੈ, ਪਲੂਰਲ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। ਪਲੂਰਲ ਦਾ ਮਤਲਬ ਜਾਂ ਤਾਂ ਪਲੂਰਲ ਦੇ ਵਿੱਚ ਸਿੰਪਲ ਆਪਾਂ ਗੋ ਬੋਲਦੇ ਨੇ, ਮਤਲਬ ਕਿ ਵਰਬ ਦੀ ਫਸਟ ਫਾਰਮ ਸਿੰਪਲ ਆਪਣੇ ਕੋਲ ਪਲੂਰਲ ਹੁੰਦੀ ਹੈ, ਔਰ ਅਗਰ ਆਪਾਂ ਹੈਲਪਿੰਗ ਵਰਬ ਦੀ ਗੱਲ ਕਰਦੇ ਹਾਂ ਤਾਂ ਆਰ ਹੋ ਸਕਦਾ ਹੈ, ਹੈਵ ਹੋ ਸਕਦਾ ਹੈ ਜਾਂ ਫਿਰ ਵਰ ਹੋ ਸਕਦਾ ਹੈ। ਠੀਕ ਹੈ, ਇਹ ਆਪਣੇ ਕੋਲ ਕੀ ਨੇ, ਪਲੂਰਲ ਹੈਲਪਿੰਗ ਵਰਬ ਨੇ। ਸੋ ਇਹ ਸੀਗਾ ਆਪਣਾ ਰੂਲ ਨੰਬਰ ਸੈਕਿੰਡ। ਨੈਕਸਟ ਆਪਣਾ ਰੂਲ ਹੈ, ਨੈਕਸਟ ਰੂਲ ਇਜ਼ ਰੂਲ ਨੰਬਰ 3। ਰੂਲ ਨੰਬਰ 3 ਆਪਾਂ ਨੂੰ ਕੀ ਕਹਿੰਦਾ ਹੈ, if the subject is singular, if the subject is singular, ਅਗਰ ਕਹਿੰਦੇ ਆਪਣਾ ਸਬਜੈਕਟ ਹੈ ਜੋ ਉਹ ਸਿੰਗੂਲਰ ਹੈ and predicate is plural and predicate is plural, the verb must agree with its subject, the verb must agree with its subject, not with predicate, subject not with predicate। ਹੁਣ ਬੇਸਿਕਲੀ ਇਸ ਦਾ ਮਤਲਬ ਆਪਾਂ ਐਗਜ਼ਾਮਪਲ ਲੈ ਕੇ ਸਮਝਦੇ ਹਾਂ। ਦੇਖੋ ਅਗਰ ਤੁਸੀਂ ਕਹਿ ਦੋ ਦੀ ਡਾਕਟਰਸ, ਫੋਰ ਐਗਜ਼ਾਮਪਲ ਆਪਾਂ ਫਿਜ਼ੀਕਲ ਕੰਡੀਸ਼ਨਰ ਵਾਲੀ ਐਗਜ਼ਾਮਪਲ ਲੈਂਦੇ ਆ ਕਿ ਫਿਜ਼ੀਕਲ ਕੰਡੀਸ਼ਨਿੰਗ and mental attitude, physical conditioning and mental attitude are
winning combination. Physical conditioning and mental attitude are winning combination. उस तो बाद अपनी नेक्स्ट ਜਿਹੜੀ एग्जांपल है, नेक्स्ट एग्जांपल की है, the winning combination is the winning combination, the winning combination is, the winning combination is physical conditioning, physical conditioning and mental attitude, and mental attitude. Basically देखो, if the subject is singular and the predicate is plural, ਦੇਖੋ ਜਦੋਂ ਆਪਾਂ ਕਿਸੇ ਚੀਜ਼ ਬਾਰੇ ਗੱਲ ਕਰਦੇ ਆ ਤਾਂ ਜਿਹੜਾ ਆਪਣੇ ਕੋਲ ਸਭ ਤੋਂ ਪਹਿਲਾ ਨਾਮ ਹੁੰਦਾ ਹੈ ਉਸ ਚੀਜ਼ ਨੂੰ ਆਪਾਂ ਕੀ ਬੋਲਦੇ ਆ, ਸਬਜੈਕਟ ਬੋਲਦੇ ਆ, ਠੀਕ ਹੈ। ਔਰ ਜਿਹੜਾ ਆਪਣੇ ਕੋਲ ਅਗਲਾ ਪਾਰਟ ਹੁੰਦਾ ਹੈ, ਠੀਕ ਹੈ, ਸਬਜੈਕਟ ਤੋਂ ਬਾਅਦ ਜੇ ਅਗਰ ਆਪਾਂ ਕੋਈ ਸਬਜੈਕਟ ਯੂਜ਼ ਕਰ ਰਹੇ ਆ ਉਸ ਨੂੰ ਆਪਾਂ ਕੀ ਬੋਲਦੇ ਆ, ਪ੍ਰੈਡੀਕੇਟ ਬੋਲਦੇ ਆ। ਇਹ ਚੀਜ਼ ਕਲੀਅਰ ਹੋ ਗਈ ਕਿ ਸਬਜੈਕਟ ਕੀ ਹੁੰਦਾ ਜਿਸ ਦੇ ਬਾਰੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ, ਪ੍ਰੈਡੀਕੇਟ ਕੀ ਹੈ ਜੋ ਕਿ ਆਪਣਾ ਅਪਕਮਿੰਗ ਸੈਂਟੈਂਸ ਹੁੰਦਾ ਹੈ ਜਿਹਨੂੰ ਆਪਾਂ ਕਿਸੇ ਵੀ ਕੰਜੰਕਸ਼ਨ ਦੇ ਨਾਲ ਕਨੈਕਟ ਕਰ ਦਿੰਦੇ ਆ ਉਹਨੂੰ ਆਪਾਂ ਪ੍ਰੈਡੀਕੇਟ ਬੋਲਦੇ ਆ। ਕਹਿੰਦੇ ਅਗਰ ਆਪਣਾ ਸਬਜੈਕਟ ਸਿੰਗੂਲਰ ਹੈ ਔਰ ਆਪਣਾ ਪ੍ਰੈਡੀਕੇਟ ਕੀ ਹੈ, ਪਲੂਰਲ ਹੈ, ਤਾਂ ਜਿਹੜੀ ਆਪਣੀ ਵਰਬ ਹੋਏਗੀ ਤਾਂ ਉਹ ਕਿਹਨੂੰ ਐਗਰੀ ਕਰਨੀ ਚਾਹੀਦੀ ਹੈ, ਸਬਜੈਕਟ ਨੂੰ। ਮਤਲਬ ਕਿ ਪਹਿਲੇ ਵਾਲੇ ਦੇ ਅਕੋਰਡਿੰਗ ਵਰਬ ਆਏਗੀ, ਸੈਕੰਡ ਵਾਲੇ ਦੇ ਅਕੋਰਡਿੰਗ ਵਰਬ ਨਹੀਂ ਆਏਗੀ। ਅਗਰ ਆਪਣਾ ਫਸਟ ਸਬਜੈਕਟ ਸਿੰਗੂਲਰ ਹੈ ਤਾਂ ਵਰਬ ਵੀ ਸਿੰਗੂਲਰ ਹੋਊਗੀ। ਅਗਰ ਆਪਣਾ ਪਹਿਲਾ ਸਬਜੈਕਟ ਪਲੂਰਲ ਹੈ ਤਾਂ ਵਰਬ ਵੀ ਕਿਹੜੀ ਹੋਏਗੀ, ਪਲੂਰਲ ਹੋਏਗੀ। ਹੁਣ ਜਿਵੇਂ ਆਪਾਂ ਨੇ ਫਿਜ਼ੀਕਲ ਕੰਡੀਸ਼ਨਿੰਗ ਬਾਰੇ ਗੱਲ ਕੀਤੀ ਹੈ, ਹੁਣ ਫਿਜ਼ੀਕਲ ਕੰਡੀਸ਼ਨਿੰਗ ਬਹੁਤ ਸਾਰੀਆਂ ਹੋ ਸਕਦੀਆਂ ਨੇ, ਮਤਲਬ ਕਿ ਫਿਜ਼ੀਕਲ ਕੰਡੀਸ਼ਨ ਕਿਹੜਾ ਵਰਡ ਹੈ, ਪਲੂਰਲ ਵਰਬ ਹੈ, ਠੀਕ ਹੈ, ਪਲੂਰਲ ਵਰਡ ਹੈ। ਤਾਂ ਇਹਦੇ ਨਾਲ ਆਪਾਂ ਨੇ ਵਰਬ ਵੀ ਕਿਹੜੀ ਯੂਜ਼ ਕੀਤੀ ਹੈ, ਪਲੂਰਲ ਹੈਲਪਿੰਗ ਵਰਬ, ਪਲੂਰਲ ਵਰਬ ਆਪਾਂ ਨੇ ਯੂਜ਼ ਕੀਤੀ ਹੈ। ਨੈਕਸਟ ਹੈ, the winning combination is physical conditioning and mental attitude। ਹੁਣ ਜਿਹੜਾ ਆਪਣਾ ਫਰਸਟ ਸਬਜੈਕਟ ਹੈ ਇਹ ਕੀ ਹੈ, ਸਿੰਗੂਲਰ ਹੈ, ਇਸ ਕਰਕੇ ਆਪਾਂ ਨੇ ਸਭ ਆਪਣੀ ਵਰਬ ਵੀ ਕਿਹੜੀ ਯੂਜ਼ ਕੀਤੀ ਹੈ, ਸਿੰਗੂਲਰ ਹੈਲਪਿੰਗ ਵਰਬ ਯੂਜ਼ ਕੀਤੀ ਹੈ। ਤਾਂ ਮਤਲਬ ਕਿ ਅਗਰ ਆਪਣੇ ਕੋਲ ਇੱਕ ਸੈਂਟੈਂਸ ਹੈ ਉਹਦੇ ਵਿੱਚ ਆਪਾਂ ਨੂੰ ਸਬਜੈਕਟ ਵੀ ਮੈਂਸ਼ਨ ਹੈ, ਪ੍ਰੈਡੀਕੇਟ ਵੀ ਮੈਂਸ਼ਨ ਹੈ, ਤੇ ਜਿਹੜੀ ਆਪਣੀ ਹੈਲਪਿੰਗ ਵਰਬ ਹੋਏਗੀ ਉਹ ਸਬਜੈਕਟ ਦੇ ਅਕੋਰਡਿੰਗ ਹੋਏਗੀ। ਅਗਰ ਤਾਂ ਸਬਜੈਕਟ ਸਿੰਗੂਲਰ ਹੈ ਤਾਂ ਹੈਲਪਿੰਗ ਵਰਬ ਵੀ ਸਿੰਗੂਲਰ ਹੋਊਗੀ, ਅਗਰ ਸਬਜੈਕਟ ਪਲੂਰਲ ਹੈ ਤਾਂ ਹੈਲਪਿੰਗ ਵਰਬ ਵੀ ਕੀ ਹੋਏਗੀ, ਪਲੂਰਲ ਹੋਏਗੀ। ਦਿਸ ਇਜ਼ ਆਰ ਰੂਲ ਨੰਬਰ 3rd। ਉਸ ਤੋਂ ਬਾਅਦ ਆਪਣਾ ਨੈਕਸਟ ਰੂਲ ਹੈ ਰੂਲ ਨੰਬਰ 4। ਰੂਲ ਨੰਬਰ 4 ਆਪਾਂ ਨੂੰ ਕੀ ਕਹਿੰਦਾ ਹੈ, indefinite pronoun। ਰੂਲ ਨੰਬਰ 4 ਆਪਾਂ ਨੂੰ ਕੀ ਕਹਿੰਦਾ ਹੈ, ਜਿਹੜੇ ਆਪਣੇ ਕੋਲ indefinite pronoun ਹੁੰਦੇ ਨੇ, indefinite pronoun ਕਿਹੜੇ ਕਿਹੜੇ ਹੋ ਗਿਆ, such as someone, someone या फिर each, nobody, somebody, anyone, anybody, no one, everyone ਜਾਂ ਫਿਰ everybody। ਇਹਨਾਂ ਨੂੰ ਆਪਾਂ ਕੀ ਬੋਲਦੇ ਆ, ਇਹਨਾਂ ਨੂੰ ਆਪਾਂ ਬੋਲਦੇ ਆ indefinite pronoun। ਇਹਨਾਂ ਨੂੰ ਆਪਾਂ indefinite pronoun ਬੋਲਦੇ ਆ। ਨੀਦਰ ਵੀ ਆ ਜਾਂਦਾ ਹੈ ਔਰ ਈਦਰ ਵੀ ਆਪਾਂ ਇਸ ਦੇ ਵਿੱਚ ਯੂਜ਼ ਕਰ ਲੈਂਦੇ ਹਾਂ, ਈਦਰ ਔਰ ਨੀਦਰ। always take singular verb, always take singular verb, this is very important point, singular verb।
कि ਜਦੋਂ ਵੀ ਆਪਾਂ ਆਪਣੇ ਸੈਂਟੈਂਸ ਦੇ ਵਿੱਚ someone ਕਿਸੇ ਦੀ ਗੱਲ ਕਰਦੇ ਆ, each ਦੀ ਗੱਲ ਕਰਦੇ ਆ, nobody ਦੀ ਗੱਲ ਕਰਾਂਗੇ, somebody, anyone, anybody, everyone, everybody, either, neither, ਇਹਨਾਂ ਨਾਲ ਜਿਹੜੀ ਆਪਣੀ verb ਹੋਏਗੀ ਉਹ verb ਹਮੇਸ਼ਾ ਕਿਹੜੀ ਹੋਣੀ ਚਾਹੀਦੀ ਹੈ? verb ਹਮੇਸ਼ਾ ਆਪਣੇ ਕੋਲ singular ਹੋਣੀ ਚਾਹੀਦੀ ਹੈ। ਜਿਵੇਂ ਤੁਸੀਂ example ਲੈ ਸਕਦੇ ਹੋ, everyone is not hard working। everyone is not hard working, ਇਸ ਦਾ ਮਤਲਬ ਕੀ ਹੈ ਕਿ ਹਰ ਕੋਈ ਮਿਹਨਤੀ ਨਹੀਂ ਹੁੰਦਾ। ਹੁਣ everyone basically ਆਪਾਂ ਹਰ ਕਿਸੇ ਬਾਰੇ ਗੱਲ ਕਰ ਰਹੇ ਹਾਂ, ਬਟ ਇਹਦੇ ਨਾਲ ਜਿਹੜੀ ਆਪਣੀ verb ਹੋਏਗੀ ਉਹ ਕਿਹੜੀ ਹੋਣੀ ਚਾਹੀਦੀ ਹੈ? singular helping verb। ਜਿਵੇਂ ਆਪਾਂ ਦੂਜੀ example ਲਈਏ ਕਿ each of my friends each of my friends calls me once a month। ਤਾਂ each ਨਾਲ ਵੀ ਆਪਾਂ ਨੇ ਕਿਹੜੀ ਹੈਲਪਿੰਗ ਵਰਬ ਯੂਜ਼ ਕਰਨੀ ਹੈ? ਸਿੰਗੂਲਰ ਹੈਲਪਿੰਗ ਵਰਬ। ਸੋ calls ਕੀ ਹੈ ਆਪਣੇ ਕੋਲ? ਸਿੰਗੂਲਰ ਹੈਲਪਿੰਗ ਵਰਬ ਹੈ। ਸੋ ਦਿਸ ਇਜ਼ ਆਰ ਰੂਲ ਨੰਬਰ 4 ਕਿ ਅਗਰ ਆਪਣੇ ਕੋਲ ਕੋਈ someone ਮਤਲਬ ਕਿ everyone, each, everybody, anybody, ਅਗਰ ਆਪਣੇ ਕੋਲ ਕੋਈ ਵੀ indefinite pronoun ਹੁੰਦਾ ਹੈ ਤਾਂ ਜਿਹੜੀ ਆਪਣੀ verb ਹੋਏਗੀ helping verb ਉਹ ਕਿਹੜੀ ਹੋਏਗੀ? ਹਮੇਸ਼ਾ ਸਿੰਗੂਲਰ। ਨੈਕਸਟ ਆਪਾਂ ਡਿਸਕਸ ਕਰਾਂਗੇ ਰੂਲ ਨੰਬਰ 5। ਰੂਲ ਨੰਬਰ 5 ਆਪਾਂ ਨੂੰ ਕੀ ਦੱਸਦਾ ਹੈ ਕਿ indefinite pronoun ਆਪਣੇ ਕੋਲ ਕਿਹੜੇ ਹੁੰਦੇ ਨੇ? which indicate more than one। indefinite pronoun which indicate more than one। ਇਹ ਚੀਜ਼ਾਂ ਤਾਂ ਆਪਾਂ ਨੂੰ one person ਬਾਰੇ ਇੰਡੀਕੇਟ ਕਰਦੀਆਂ। ਅਗਰ ਆਪਣੇ ਕੋਲ ਐਵੇਂ ਦੇ ਕੋਈ indefinite pronoun ਆ ਜੋ ਕਿ ਇੱਕ ਤੋਂ ਜ਼ਿਆਦਾ ਚੀਜ਼ਾਂ ਬਾਰੇ ਆਪਾਂ ਨੂੰ ਦੱਸਣ ਤਾਂ ਉਹਨਾਂ ਨਾਲ ਜਿਹੜੀ ਆਪਣੀ verb ਹੋਏਗੀ ਉਹ ਹਮੇਸ਼ਾ ਕੀ ਹੋਏਗੀ? always take plural verb। ਤਾਂ ਜਿਹੜੀ ਆਪਣੀ verb ਹੋਏਗੀ ਉਹ ਹਮੇਸ਼ਾ ਕਿਹੜੀ ਹੋਏਗੀ? plural। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ several ਦੀ ਗੱਲ ਕਰਦੇ ਹਾਂ, several ਮਤਲਬ ਬਹੁਤ ਜ਼ਿਆਦਾ। few ਦੀ ਗੱਲ ਕਰਾਂਗੇ, both ਦੀ ਗੱਲ ਕਰਦੇ ਹਾਂ, ਜਾਂ ਫਿਰ ਅਗਰ ਆਪਾਂ many ਦੀ ਗੱਲ ਕਰਦੇ ਹਾਂ। ਇਨ indefinite pronouns ਦੇ ਨਾਲ ਹਮੇਸ਼ਾ ਆਪਾਂ plural helping verb use ਕਰਦੇ ਹਾਂ। ਜਿਵੇਂ ਆਪਾਂ example ਲਈਏ, both of the book require careful reading। both of the books require careful reading। ਹੁਣ require ਇੱਥੇ ਕਿਹੜਾ word ਹੈ? require ਇੱਥੇ ਆਪਣੇ ਕੋਲ plural verb ਹੈ, ਠੀਕ ਹੈ। ਸੋ both ਨਾਲ, several ਨਾਲ, few ਨਾਲ ਹਮੇਸ਼ਾ ਆਪਾਂ helping verb plural use ਕਰਾਂਗੇ। So this was the rule number 5th। next ਆਪਾਂ ਅਗਲਾ rule discuss ਕਰਦੇ ਹਾਂ which is rule number 6। rule number 6 basically ਆਪਾਂ ਨੂੰ ਕੀ ਕਹਿੰਦਾ ਹੈ? if two subjects are joined by as well as if two subjects are joined by as well as ਕਿ ਅਗਰ ਆਪਾਂ ਕਿਸੇ ਵੀ ਸਬਜੈਕਟ ਨੂੰ, ਦੋ ਸਬਜੈਕਟ ਨੂੰ as well as ਦੇ ਨਾਲ ਕਨੈਕਟ ਕਰਦੇ ਹਾਂ ਤਾਂ ਜਿਹੜੀ ਆਪਣੇ ਕੋਲ verb ਹੋਏਗੀ the verb will act according to first subject। ਪਹਿਲੀ ਸਬਜੈਕਟ ਦੇ ਅਕੋਰਡਿੰਗ, ਜਿਵੇਂ ਆਪਾਂ ਨੇ ਐਂਡ ਵਾਲਾ ਕੇਸ ਕੀਤਾ ਸੀ, ਸੇਮ ਹੀ ਹੈ ਕਿ ਜਿਹੜੀ ਆਪਣੀ verb ਹੋਏਗੀ ਉਹ ਫਸਟ ਸਬਜੈਕਟ ਦੇ ਅਕੋਰਡਿੰਗ ਹੀ ਆਪਾਂ ਯੂਜ਼ ਕਰਾਂਗੇ। ਜਿਵੇਂ ਤੁਸੀਂ ਕਹਿ ਦੋ, ਐਗਜ਼ਾਮਪਲ ਆਪਾਂ ਲੈਂਦੇ ਆ, students as well as teacher। students as
well as teacher. Student as well as teacher are playing. Are playing. Next example है he as well as his brother is sitting there. His brother is sitting there. ਸੋ ਜਿਹੜਾ ਆਪਣੇ ਕੋਲ ਫਰਸਟ ਸਬਜੈਕਟ ਹੈ, ਹੁਣ ਦੇਖੋ ਸਟੂਡੈਂਟ ਬੇਸਿਕਲੀ ਪਲੂਰਲ ਸਬਜੈਕਟ ਹੈ ਔਰ ਟੀਚਰ ਬੇਸਿਕਲੀ ਸਿੰਗੂਲਰ ਸਬਜੈਕਟ ਹੈ। ਤਾਂ ਉਹਨਾਂ ਨੇ ਕੀ ਕਿਹਾ ਹੈ ਕਿ ਅਗਰ ਆਪਾਂ ਦੋ ਸਬਜੈਕਟ ਨੂੰ ਐਜ਼ ਵੈਲ ਐਜ਼ ਦੇ ਨਾਲ ਕਨੈਕਟ ਕਰਦੇ ਹਾਂ ਤਾਂ ਜਿਹੜੀ ਆਪਣੀ ਵਰਬ ਹੋਏਗੀ ਉਹ ਫਸਟ ਦੇ ਅਕੋਰਡਿੰਗ ਐਕਟ ਕਰੇਗੀ। ਜਿਵੇਂ ਕਿ ਅਗਰ ਇੱਥੇ ਸਟੂਡੈਂਟਸ ਲਿਖਿਆ ਹੈ ਤਾਂ ਇੱਥੇ ਆਪਾਂ ਨੇ ਵਰਬ ਪਲੂਰਲ ਯੂਜ਼ ਕੀਤੀ ਹੈ ਤਾਂ ਆਰ ਯੂਜ਼ ਕੀਤਾ ਹੈ। ਨੈਕਸਟ ਦੇ ਵਿੱਚ ਹੀ ਐਜ਼ ਵੈਲ ਐਜ਼ ਹਿਜ਼ ਬ੍ਰਦਰ, ਆਪਣਾ ਜਿਹੜਾ ਪਹਿਲਾ ਸਬਜੈਕਟ ਹੈ ਉਹ ਸਿੰਗੂਲਰ ਹੈ ਤਾਂ ਵਰਬ ਵੀ ਕਿਹੜੀ ਹੋਏਗੀ, ਸਿੰਗੂਲਰ ਹੋਊਗੀ। ਸੋ ਇਹੀ ਕਿਹਾ ਕਿ ਅਗਰ ਆਪਾਂ ਦੋ ਸਬਜੈਕਟ ਨੂੰ ਐਜ਼ ਵੈਲ ਐਜ਼ ਦੇ ਨਾਲ ਕਨੈਕਟ ਕਰਦੇ ਹਾਂ ਤਾਂ ਜਿਹੜੀ ਆਪਣੀ ਹੈਲਪਿੰਗ ਵਰਬ ਹੋਏਗੀ ਉਹ ਪਹਿਲੀ ਦੇ ਅਕੋਰਡਿੰਗ ਐਕਟ ਕਰੇਗੀ। अगर अपना फर्स्ट सब्जेक्ट प्लूरल है तो वर्ब भी प्लूरल होगी। अगर अपना फर्स्ट सब्जेक्ट सिंगुलर है तो वर्ब भी अपने कोल केड़ी होगी, सिंगुलर हेल्पिंग वर्ब। नेक्स्ट अपना रूल नंबर 7। रूल नंबर 7 की है अपने कोल, दी सब्जेक्ट मैनी अ, ਦੀ ਸਬਜੈਕਟ ਮੈਨੀ ਅ, ਅਗਰ ਆਪਣੇ ਕੋਲ ਕਿਸੇ ਵੀ ਸੈਂਟੈਂਸ ਦੇ ਵਿੱਚ ਮੈਨੀ ਅ ਸਬਜੈਕਟ ਹੁੰਦਾ ਹੈ, is always take singular verb, is always take singular verb। ਹੁਣ ਦੇਖੋ ਬੇਸਿਕਲੀ ਮੈਨੀ ਦਾ ਮਤਲਬ ਕੀ ਹੁੰਦਾ, ਬਹੁਤ ਜ਼ਿਆਦਾ। ਜਿਵੇਂ ਆਪਾਂ ਨੇ ਲਾਸਟ ਰੂਲ ਪੜਿਆ ਸੀਗਾ ਕਿ ਅਗਰ ਆਪਾਂ ਇੰਡੈਫੀਨਿਟ ਪ੍ਰਨਾਉਨ ਦੀ ਗੱਲ ਕਰਦੇ ਹਾਂ, ਜਿਵੇਂ ਕਿ ਬੋਥ ਹੋ ਗਿਆ, ਮੈਨੀ, ਸੈਵਰਲ, ਫਿਊ, ਉਹਦੇ ਨਾਲ ਤਾਂ ਆਪਾਂ ਹੈਲਪਿੰਗ ਵਰਬ ਪਲੂਰਲ ਯੂਜ਼ ਕਰਦੇ ਹਾਂ। ਬਟ ਅਗਰ ਆਪਾਂ ਨੂੰ ਸੈਂਟੈਂਸ ਦੇ ਵਿੱਚ ਮੈਨੀ ਨਾਲ ਏ ਲੱਗਿਆ ਮਿਲੇ, ਮੈਨੀ ਤੋਂ ਬਾਅਦ ਆਪਣੇ ਕੋਲ ਏ ਵੀ ਲੱਗਿਆ ਮਿਲਦਾ ਹੈ, ਤਾਂ ਉਸ ਤੋਂ ਬਾਅਦ ਜਿਹੜੀ ਆਪਣੀ ਸਬਜੈਕਟ ਦੇ ਵਿੱਚ ਆਪਾਂ ਵਰਬ ਯੂਜ਼ ਕਰਨੀ ਹੈ ਉਹ ਕਿਹੜੀ ਵਰਬ ਹੋਏਗੀ, ਸਿੰਗੂਲਰ ਵਰਬ ਹੋਏਗੀ। ਠੀਕ ਹੈ, ਤਾਂ ਵਰਬ ਆਪਾਂ ਕਿਹੜੀ ਯੂਜ਼ ਕਰਾਂਗੇ, ਸਿੰਗੂਲਰ ਹੈਲਪਿੰਗ ਵਰਬ ਆਪਾਂ ਯੂਜ਼ ਕਰਾਂਗੇ। ਜਿਵੇਂ ਐਗਜ਼ਾਮਪਲ ਲੈਂਦੇ ਆ, ਮੈਨੀ ਅ ਮੈਨ, ਮੈਨੀ ਅ ਮੈਨ ਵਾਜ਼ ਡਰੋਨ ਇਨ ਦੀ ਸੀ, मैनी अ मैन वाज drowned in the sea, कि बहुत सारे बंदे सी ਦੇ ਵਿੱਚ ਕੀ ਹੋ ਗਏ, ਡੁੱਬ ਗਏ। ਤਾਂ ਹੁਣ ਦੇਖੋ ਮੈਨੀ ਆ ਸਟਰਕਚਰ ਆਪਾਂ ਨੇ ਯੂਜ਼ ਕੀਤੀ ਹੈ, ਸੌਰੀ ਇੱਥੇ ਮੈਨੀ ਆਊਗਾ ਕਿ ਮੈਨੀ ਆ ਸਟਰਕਚਰ ਯੂਜ਼ ਕੀਤੀ ਹੈ, ਔਰ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਹੈਲਪਿੰਗ ਵਰਬ ਯੂਜ਼ ਕੀਤੀ ਹੈ ਉਹ ਕਿਹੜੀ ਹੈਲਪਿੰਗ ਵਰਬ ਹੈ ਆਪਣੇ ਕੋਲ, ਇਟ ਇਜ਼ ਅ ਸਿੰਗੂਲਰ ਹੈਲਪਿੰਗ ਵਰਬ। ਸੋ ਇਸ ਤਰੀਕੇ ਨਾਲ ਆਪਾਂ ਨੇ ਮੈਨੀ ਏ ਦੇ ਨਾਲ ਹਮੇਸ਼ਾ ਸਿੰਗੂਲਰ ਹੈਲਪਿੰਗ ਵਰਬ ਯੂਜ਼ ਕਰਨੀ ਹੈ। ਠੀਕ ਹੈ, ਹੁਣ ਜਿਵੇਂ ਮੈਂ ਤੁਹਾਨੂੰ ਇਹ ਵਾਲਾ ਰੂਲ ਦੱਸਿਆ ਸੀਗਾ, ਰੂਲ ਨੰਬਰ 6, ਕਿ if two subjects are joined by as well as the verb will act according to the first। ਸੇਮ ਅਗਰ ਇੱਥੇ ਵਿਦ ਨਾਲ ਵੀ ਆਪਾਂ ਕਨੈਕਟ ਕਰਦੇ ਹਾਂ, ਅਗਰ ਆਪਾਂ ਵਿਦ ਦੇ ਨਾਲ ਵੀ ਦੋ ਸਬਜੈਕਟ ਨੂੰ ਕਨੈਕਟ ਕਰਦੇ ਹਾਂ ਤਾਂ ਜਿਹੜੀ ਆਪਣੇ ਕੋਲ ਵਰਬ ਹੋਏਗੀ ਉਹ ਪਹਿਲੇ ਦੇ ਹੀ ਅਕੋਰਡਿੰਗ ਹੋਊਗੀ। ਅਗਰ ਪਹਿਲਾ ਸਬਜੈਕਟ ਸਿੰਗੂਲਰ ਹੈ ਤਾਂ ਆਪਾਂ ਸਿੰਗੂਲਰ ਹੈਲਪਿੰਗ ਵਰਬ, ਅਗਰ ਪਲੂਰਲ ਹੈ ਤਾਂ ਪਲੂਰਲ ਹੈਲਪਿੰਗ ਵਰਬ। ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਐਜ਼ ਵੈਲ ਐਜ਼ ਦੀ ਜਗ੍ਹਾ ਤੇ ਅਗਰ ਵਿਦ ਹੋਏਗਾ ਤਾਂ ਵੀ ਆਪਾਂ ਕੀ ਯੂਜ਼ ਕਰਾਂਗੇ, ਹੈਲਪਿੰਗ ਵਰਬ। ਫਸਟ ਸਬਜੈਕਟ ਦੇ ਅਕੋਰਡਿੰਗ ਹੀ ਆਪਾਂ ਹੈਲਪਿੰਗ ਵਰਬ ਨੂੰ ਯੂਜ਼ ਕਰਾਂਗੇ। ਨੈਕਸਟ ਆਪਣੇ ਰੂਲ ਹੈ, ਨੈਕਸਟ ਰੂਲ ਨੰਬਰ 8, very important, if the subject is, if the subject is the number of, if the subject is the number of,
अगर अपने को सेंटेंस दे विच ए वाली स्ट्रक्चर गिवन है, द नंबर ऑफ, यूज अ सिंगुलर वर्ब। अगर अपने कोल किसी भी सेंटेंस दे विच द नंबर ऑफ वाली स्ट्रक्चर आंदी है, यह हमेशा केड़ी हेल्पिंग वर्ब यूज करते हैं, सिंगुलर हेल्पिंग वर्ब यूज करते हैं। जिवें आपां बोलिए द नंबर ऑफ बुक्स इज वेरी स्मॉल, द नंबर ऑफ बुक्स इज वेरी स्मॉल। ਹੁਣ देखो द नंबर ऑफ वाली स्ट्रक्चर मिली है तो वर्ब अपन ने केड़ी यूज करनी है, सिंगुलर हेल्पिंग वर्ब। मतलब कि या तो इज यूज करना है, या ਆਪਾਂ was यूज करांगे, या ਆਪਾਂ has यूज करांगे। सो बेसिकली इत्थे अपन ने की यूज किया है, इज। द नंबर ऑफ बुक्स इज वेरी स्मॉल। नेक्स्ट एग्जांपल अपन लेने आ, द नंबर ऑफ बॉयज, the number of boys in this team is 10. In this team is 10. तो नंबर ऑफ स्ट्रक्चर नाल अपन ने अगेन केड़ी हेल्पिंग वर्ब यूज की है, इज हेल्पिंग वर्ब यूज की है। ठीक है, सो दिस इज अ वेरी इंपॉर्टेंट रूल। नेक्स्ट अपना रूल नंबर 9 है, रूल नंबर 9, इफ द सब्जेक्ट इज, if the subject is a number of, if the subject is a number of, use a plural verb। कि अगर ਆਪਾਂ किसी सेंटेंस ਦੇ ਵਿੱਚ the number यूज ਕਰਦੇ ਆ ਤਾਂ singular verb यूज ਕਰਾਂਗੇ, बट जेकर ਆਪਾਂ सब्जेक्ट ਦੇ ਵਿੱਚ सेंटेंस ਦੇ ਵਿੱਚ a number of वाली स्ट्रक्चर यूज कर रहे हैं तो उस तो बाद ਜਿਹੜੀ ਆਪਣੀ हेल्पिंग वर्ब होएगी ਉਹ ਕੀ ਹੋਏਗੀ, प्लूरल हेल्पिंग वर्ब होएगी। जिवें तुसी बोलो a number of books are missing, a number of books are missing। तो अ नंबर ऑफ स्ट्रक्चर नाल हमेशा आपा हेल्पिंग वर्ब आर यूज करांगे। ठीक है, सो दिस इज योर रूल नंबर 9। नेक्स्ट आपा रूल नंबर 10 डिस्कस करांगे। when adjective when adjective when adjectives such as much, less, little and more are used, and more are used as noun, they must have singular verb। they must have singular verb। मतलब कि अगर ਆਪਾਂ ਕਿਸੇ सेंटेंस ਦੇ ਵਿੱਚ much, less, little ਇਹ ਵਾਲੀ स्ट्रक्चर यूज करते हैं तो अपनी वर्ब केड़ी होनी चाहिए है, सिंगुलर हेल्पिंग वर्ब होनी चाहिए है। जिवें ਆਪਾਂ एग्जांपल लेने आ, a little of good habit, a little of good habits makes our life happy। A number of good habits makes our life happy। ਤਾਂ ਹੁਣ ਇੱਥੇ ਆਪਾਂ ਨੇ a little ਵਾਲੀ स्ट्रक्चर यूज ਕੀਤੀ ਹੈ। सो a little ਤੋਂ ਬਾਅਦ ਜਿਹੜੀ ਆਪਣੀ verb ਹੋਏਗੀ,
लिटल तो बाद या फिर मोर हो गया, या अगर ਆਪਾਂ ਮਚ ਲੈਨੇ ਆ, ਲੈਸ ਲੈਨੇ ਆ, ਇਸ ਤੋਂ ਬਾਅਦ ਜਿਹੜੀ ਆਪਣੀ ਹੈਲਪਿੰਗ ਵਰਬ ਹੋਏਗੀ ਉਹ ਕਿਹੜੀ ਹੋਣੀ ਚਾਹੀਦੀ ਹੈ, ਸਿੰਗੂਲਰ। ਸੋ ਅ ਲਿਟਲ ਆਫ ਗੁੱਡ ਹੈਬਿਟਸ ਆਪਾਂ ਨੇ ਯੂਜ਼ ਕੀਤਾ ਹੈ, ਅ ਲਿਟਲ ਆਫ ਗੁੱਡ ਹੈਬਿਟਸ ਮੇਕਸ। ਸੋ ਮੇਕਸ ਕੀ ਹੈ, ਆਪਣੀ ਵਰਬ ਹੈ, ਕਿਹੜੀ ਵਰਬ ਹੈ, ਸਿੰਗੂਲਰ ਹੈਲਪਿੰਗ ਵਰਬ। ਅਗਰ ਆਪਾਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਔਰ ਈਐਸ ਲਗਾ ਦਿੰਦੇ ਆ ਤਾਂ ਇਹ ਬਣ ਜਾਂਦੀ ਹੈ ਆਪਣੇ ਕੋਲ ਮੇਨ ਸਿੰਗੂਲਰ ਵਰਬ। ਅਗਰ ਆਪਾਂ ਹੈਲਪਿੰਗ ਸਿੰਗੂਲਰ ਵਰਬ ਦੀ ਗੱਲ ਕਰਦੇ ਆ ਉਹ ਕਿਹੜੀ ਹੁੰਦੀ ਹੈ, ਇਜ਼ ਹੋ ਗਿਆ, ਵਾਸ ਜਾਂ ਫਿਰ ਹੈਜ਼। ਇਹ ਆਪਣੀ ਕਿਹੜੀ ਹੈਲਪਿੰਗ ਵਰਬ ਹੁੰਦੀਆਂ ਨੇ, ਸਿੰਗੂਲਰ ਹੈਲਪਿੰਗ ਵਰਬ। ਠੀਕ ਹੈ। ਨੈਕਸਟ ਅਗਰ ਆਪਾਂ ਇੱਕ ਹੋਰ ਐਗਜ਼ਾਮਪਲ ਲੈਨੇ ਆ, less than a million of rupees is required, less than a millions of rupees is required। ਸੋ ਇੱਥੇ ਆਪਾਂ ਨੇ ਕਿਹੜੀ ਸਟਰਕਚਰ ਯੂਜ਼ ਕੀਤੀ ਹੈ, ਇੱਥੇ ਆਪਾਂ ਨੇ ਲੈਸ ਸਟਰਕਚਰ ਯੂਜ਼ ਕੀਤੀ ਹੈ, ਔਰ ਲੈਸ ਤੋਂ ਬਾਅਦ ਆਪਾਂ ਨੇ ਹੈਲਪਿੰਗ ਵਰਬ ਕਿਹੜੀ ਯੂਜ਼ ਕੀਤੀ ਹੈ, ਸਿੰਗੂਲਰ ਹੈਲਪਿੰਗ ਵਰਬ ਇਜ਼ ਆਪਾਂ ਨੇ ਯੂਜ਼ ਕੀਤਾ ਹੈ। ਠੀਕ ਹੈ। ਸੋ ਅਗਰ ਆਪਾਂ ਨੂੰ ਕਿਸੇ ਵੀ ਸੈਂਟੈਂਸ ਦੇ ਵਿੱਚ ਇਹ ਵਾਲੀ ਸਟਰਕਚਰ ਮਿਲਦੀ ਹੈ, ਲੈਸ, ਮਚ, ਲਿਟਲ, ਤਾਂ ਜਿਹੜੀ ਆਪਣੇ ਕੋਲ ਹੈਲਪਿੰਗ ਵਰਬ ਹੋਏਗੀ ਉਹ ਹਮੇਸ਼ਾ ਕਿਹੜੀ ਹੋਣੀ ਚਾਹੀਦੀ ਹੈ, ਸਿੰਗੂਲਰ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। I hope it is clear up to here। लास्ट जेड़ा अपने कोल रूल है, लास्ट अपने कोल जेड़ा रूल है, लास्ट रूल अपन नु की कहंदा है, टाइटल ऑफ बुक नीड सिंगुलर वर्ब, टाइटल ऑफ बुक नीड सिंगुलर वर्ब। जिवें तुसी गल करो, ग्रेट एक्सपेक्टेशन इज अ गुड बुक, ग्रेट एक्सपेक्टेशन इज गुड बुक। मतलब कि अगर ਆਪਾਂ ਕਿਸੇ ਬੁੱਕ ਦਾ ਨਾਮ ਯੂਜ਼ ਕਰਦੇ ਆ ਤਾਂ ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਵਰਬ ਹੋਏਗੀ ਉਹ ਵੀ ਹਮੇਸ਼ਾ ਕੀ ਹੋਣੀ ਚਾਹੀਦੀ ਹੈ, ਸਿੰਗੂਲਰ ਹੈਲਪਿੰਗ ਵਰਬ ਹੋਣੀ ਚਾਹੀਦੀ ਹੈ। So this is all about your subject and verb agreement rules। I hope it is clear to all। ਇਸ ਤੋਂ ਬਾਅਦ ਆਪਾਂ ਐਕਸਰਸਾਈਜ਼ ਲੈ ਕੇ ਆਵਾਂਗੇ subject and verb agreement based, ਜਿਸ ਦੇ ਵਿੱਚ ਕੁਝ ਫਿਲਅਪਸ ਹੋਣਗੀਆਂ, ਕੁਝ ਆਪਾਂ ਐਰਰ ਵਾਲੇ ਕੁਐਸਚਨਸ ਵੀ ਐਡ ਕਰਾਂਗੇ। So thank you so much।